ਤਾਂ ਈਵੀਐਮ ਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ। ਹੁਣ ਸੁਖਬੀਰ ਬਾਦਲ ਨੇ ਵੀ ਈਵੀਐਮ ਤੇ ਸਵਾਲ ਚੁੱਕੇ ਨੇ। ਕਿਹਾ ਬਿਹਾਰ ਨਤੀਜਿਆਂ ਦੇ ਨਾਲ ਕਈ ਸ਼ੰਕੇ ਪੈਦਾ ਹੁੰਦੇ ਨੇ, ਕਈ ਸਿਆਸੀ ਪਾਰਟੀਆਂ ਨੂੰ ਈਵੀਐਮ ਤੇ ਸ਼ੱਕ ਹੈ। ਦੱਸ ਦਈਏ ਕਿ ਜਥੇਦਾਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੇ ਤਾਂ ਕੁਝ ਵੀ ਕਹਿਣ ਤੋਂ ਬੇਸ਼ੱਕ ਸੁਖਬੀਰ ਬਾਦਲ ਨੇ ਇਨਕਾਰ ਕੀਤਾ ਸੀ, ਪਰ ਹੁਣ ਸੁਖਬੀਰ ਬਾਦਲ ਦੇ ਵੱਲੋਂ ਵੀ ਈਵੀਐਮ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਬੀਜੇਪੀ ਦੀ ਬਿਹਾਰ ਦੇ ਵਿੱਚ ਜਿੱਤ ਤੋਂ ਬਾਅਦ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਨੇ। ਸੁਖਬੀਰ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਵੀ ਜੋ ਖਦਸ਼ੇ ਜ਼ਾਹਰ ਕਰ ਰਹੀਆਂ ਨੇ, ਕਈ ਸਿਆਸੀ ਪਾਰਟੀਆਂ ਨੂੰ ਈਵੀਐਮ ਤੇ ਸ਼ੱਕ ਹੈ। ਤਾਂ ਜਥੇਦਾਰ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੇ ਵੱਲੋਂ ਇਹ ਵੱਡਾ ਬਿਆਨ ਈਵੀਐਮ ਨੂੰ ਲੈ ਕੇ ਦਿੱਤਾ ਗਿਆ ਹੈ ਕਿ ਬਿਹਾਰ ਨਤੀਜਿਆਂ ਦੇ ਨਾਲ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਨੇ। ਸੀ ਜਾਇਜ਼ਾ ਰਿਜ਼ਲਟ ਆਇਆ ਹੈ। ਜਿਵੇਂ ਇੱਕ ਤੂਫਾਨ ਇੱਕ ਪਾਸੇ ਸੀ ਤੇ ਰਿਜ਼ਲਟ ਆਪੋਜ਼ਿਟ ਆਇਆ ਹੈ। ਕਈ ਲੋਕਾਂ ਦੇ, ਕਈ ਪੋਲੀਟੀਕਲ ਐਨਾਲਿਸਟ ਦੇ ਮਨਾਂ 'ਚ ਸ਼ੱਕ ਹੋਣ ਲੱਗ ਗਿਆ। ਜਿਹੜੀ ਜਥੇਦਾਰ ਸਾਹਿਬ ਨੇ ਕੱਲ ਇੱਕ ਗੱਲ ਕਹੀ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਲੋਕਤੰਤਰਿਕ ਤਰੀਕੇ ਦੇ ਨਾਲ ਨਹੀਂ ਬਣੀ। ਈਵੀਐਮ ਮੈਂ ਜਥੇਦਾਰ ਸਾਹਿਬ ਦੇ ਜੋ ਉਹਨਾਂ ਨੇ ਸੰਦੇਸ਼ ਦਿੱਤਾ ਹੈ ਉਹਦੇ ਉੱਤੇ ਮੇਰਾ ਕੋਈ ਰਾਈਟ ਨਹੀਂ ਕੁਝ ਵੀ ਟਿੱਪਣੀ ਕਰਨ ਦਾ। ਸਾਡਾ ਮੈਂ ਹੀ ਕਹਿ ਰਿਹਾ ਨਾ, ਅਸੀਂ ਉਹਨਾਂ ਦੇ ਜੋ ਭਾਸ਼ਣ ਹੈ, ਜਿਵੇਂ ਭਾਸ਼ਣ ਦਿੱਤਾ ਹੈ, ਜਿਸ ਭਾਵਨਾ ਨਾਲ ਦਿੱਤਾ ਹੈ, ਸਾਡੀ ਸਾਰੀ ਕੌਮ ਉਸ ਭਾਵਨਾ ਸਮਝਦੀ ਹੈ ਤੇ ਇਸ ਕਰਕੇ ਅਸੀਂ ਉਸ ਬਿਆਨ ਤੇ ਨਾ ਸਾਡਾ ਕੋਈ ਹੱਕ ਹੈ ਕੋਈ ਵੀ ਵਿਚਾਰ ਦੇ ਨਹੀਂ। ਤਾਂ ਈਵੀਐਮ ਤੇ ਹੁਣ ਸੁਖਬੀਰ ਬਾਦਲ ਨੇ ਵੀ ਸਵਾਲ ਚੁੱਕੇ ਨੇ। ਕਿਹਾ ਜਿਸ ਤਰ੍ਹਾਂ ਬਿਹਾਰ ਦੇ ਨਤੀਜੇ ਆਏ ਨੇ, ਬੀਜੇਪੀ ਦੀ ਜਿੱਤ ਹੋਈ ਹੈ, ਉਸ ਤੋਂ ਬਾਅਦ ਜਿੱਥੇ ਬੀਜੇਪੀ ਦੇ ਵਿੱਚ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਨੇ, ਹੁਣ ਪੰਜਾਬ ਦੇ ਵਿੱਚ ਵੀ ਸਿਆਸੀ ਪਾਰਟੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਰਾਜੀਵ, ਜਥੇਦਾਰ ਦੇ ਬਿਆਨ ਤੇ ਤਾਂ ਬੇਸ਼ੱਕ ਸੁਖਬੀਰ ਬਾਦਲ ਨੇ ਕੁਝ ਵੀ ਨਹੀਂ ਕਿਹਾ, ਪਰ ਉਸ ਤੋਂ ਬਾਅਦ ਹੁਣ ਖੁਦ ਵੀ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਈਵੀਐਮ ਤੇ। ਜੀ ਹਾਂ, ਬਿਲਕੁਲ। ਸੁਖਬੀਰ ਬਾਦਲ ਅੱਜ ਅੰਮ੍ਰਿਤਸਰ ਦੇ ਵਿੱਚ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਜੋ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਸ਼ੁਰੂ ਕੀਤੀ ਗਈ ਉਸ ਦੇ ਦਰਮਿਆਨ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਸੀ। ਔਰ ਉਸ ਤੋਂ ਬਾਅਦ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਈਵੀਐਮ ਦੇ ਨਾਲ ਸਰਕਾਰ ਬਣੀ ਹੈ ਕੇਂਦਰ ਦੇ ਵਿੱਚ, ਨਾ ਕਿ ਲੋਕਤੰਤਰਿਕ ਤਰੀਕੇ ਦੇ ਨਾਲ। ਉਸ ਤੋਂ ਜਿਹੜਾ ਜਵਾਬ ਤੋਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਸਵਾਲ ਤੋਂ ਜਵਾਬ ਦੇਣ ਤੋਂ ਇਨਕਾਰ ਕੀਤਾ। ਪਰ ਉਸ ਤੋਂ ਬਾਅਦ ਜਦੋਂ ਇਹ ਸਵਾਲ ਕੀਤਾ ਗਿਆ ਕਿ ਜਿਹੜੀ ਬਿਹਾਰ ਦੇ ਵਿੱਚ ਨਤੀਜੇ ਆਏ ਨੇ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਈਵੀਐਮ ਦੇ ਵਿੱਚ ਗੜਬੜੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਤਾਂ ਉਸ ਤੇ ਸੁਖਬੀਰ ਬਾਦਲ ਨੇ ਸਿੱਧੇ ਤੌਰ ਤੇ ਤਾਂ ਇਸ ਤਰੀਕੇ ਦੇ ਨਾਲ ਇਤਰਾਜ਼ ਜ਼ਾਹਰ ਨਹੀਂ ਕੀਤਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਕਈ ਸਿਆਸੀ ਪਾਰਟੀਆਂ ਜਿਹੜੀਆਂ ਨੇ ਦੇਸ਼ ਦੀਆਂ ਉਹ ਸ਼ੱਕ ਜਤਾ ਰਹੀਆਂ ਨੇ, ਇਤਰਾਜ਼ ਜਤਾ ਰਹੀਆਂ ਨੇ। ਤਾਂ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੇ ਵੀ ਸਿੱਧੇ ਤੌਰ ਤੇ ਜੋ ਹੈ ਉਹ ਈਵੀਐਮ ਦੇ ਵਿੱਚ ਗੜਬੜੀ ਹੋਣ ਦੀ ਜਿਹੜੀ ਗੱਲ ਹੈ ਉਸ ਨੂੰ ਕਬੂਲਿਆ। ਭਾਵੇਂ ਉਹਨਾਂ ਨੇ ਸਿੱਧੇ ਤੌਰ ਤੇ ਅਕਾਲੀ ਦਲ ਜਾਂ ਖੁਦ ਨੂੰ ਇਹ ਗੱਲ ਨਹੀਂ ਕਹੀ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਸ਼ੱਕ ਹੈ, ਪਰ ਰਾਜਨੀਤਿਕ ਪਾਰਟੀਆਂ ਦਾ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਤਾਂ ਉਸ ਦੇ ਵਿੱਚ ਲਾਜ਼ਮੀ ਤੌਰ ਤੇ, ਕਿਉਂਕਿ ਇੱਕ ਪਾਰਟੀ ਦੇ ਉਹ ਖੁਦ ਪ੍ਰਧਾਨ ਨੇ, ਜੇਕਰ ਉਹ ਇਹ ਗੱਲ ਕਹਿ ਰਹੇ ਨੇ ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਵੱਲੋਂ ਵੀ ਉਹਨਾਂ ਪਾਰਟੀਆਂ ਦਾ ਕਿਤੇ ਨਾ ਕਿਤੇ ਹਮਾਇਤ ਕੀਤੀ ਜਾ ਰਹੀ ਹੈ ਜਿਹੜੀਆਂ ਇਹ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਬੀਜੇਪੀ ਵੱਲੋਂ ਈਵੀਐਮ ਦੇ ਵਿੱਚ ਗੜਬੜੀ ਜਿਹੜੀ ਹੈ ਉਹ ਕੀਤੀ ਗਈ ਹੈ। ਜੀ ਰਾਜੀਵ, ਸ਼ੁਕਰੀਆ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਹੁਣ ਸੁਖਬੀਰ ਬਾਦਲ ਦੇ ਵੱਲੋਂ ਵੀ ਈਵੀਐਮ ਤੇ ਸਵਾਲ ਚੁੱਕੇ ਗਏ ਨੇ। ਕਿਹਾ ਬਿਹਾਰ ਨਤੀਜਿਆਂ ਦੇ ਨਾਲ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਨੇ ਤੇ ਕਈ ਸਿਆਸੀ ਪਾਰਟੀਆਂ ਨੂੰ ਈਵੀਐਮ ਤੇ ਸ਼ੱਕ ਹੈ। ਬੀਜੇਪੀ ਕੀ ਸੋਚਦੀ ਹੈ, ਕੀ ਕਹਿੰਦੀ ਹੈ, ਇਸ ਬਾਰੇ ਮਾਸਟਰ ਮੋਹਨ ਲਾਲ ਸਾਡੇ ਨਾਲ ਜੁੜ ਗਏ ਨੇ। ਤਾਂ ਮਾਸਟਰ ਮੋਹਨ ਲਾਲ ਜੀ, ਜਿਸ ਤਰ੍ਹਾਂ ਬਿਹਾਰ ਦੇ ਵਿੱਚ ਜਿੱਤ ਹੋਈ ਹੈ ਤੁਹਾਡੀ ਬੀਜੇਪੀ ਦੀ, ਉਹ ਹੁਣ ਸਿਆਸੀ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਹੁਣ ਸੁਖਬੀਰ ਬਾਦਲ ਵੀ ਕਹਿ ਰਹੇ ਨੇ ਕਿ ਬਿਹਾਰ ਦੀ ਜਿੱਤ ਦੇ ਨਾਲ ਸ਼ੰਕੇ ਤਾਂ ਪੈਦਾ ਹੋ ਰਹੇ ਨੇ, ਈਵੀਐਮ ਤੇ ਸਵਾਲ ਖੜੇ ਹੋ ਰਹੇ ਨੇ। सवाल ये है जी कि जे अपोजिशन जित जाए ईवीएम ठीक, जे भारतीय जनता पार्टी जित जाए तो इन्होंने लगता है कि ईवीएम च गड़बड़ करती है। ये दोहरे मापदंड ने, विरोधी पार्टियों के दोहरे मापदंड ने। जे तेजस्वी जित जाता, तेजस्वी अगर जित जाता तो इन्होंने कहना सी जी ईवीएम ठीक है जी, बिल्कुल जी, जित हो गई। और ਅੱਜ ਭਾਰਤੀ ਜਨਤਾ ਪਾਰਟੀ ਦਾ ਪਰਚਮ ਸਾਰੇ ਹਿੰਦੁਸਤਾਨ 'ਚ ਲਹਿਰਾ ਰਿਹਾ ਹੈ ਤੇ ਅਪੋਜੀਸ਼ਨ ਪਾਰਟੀ ਇਸ ਗੱਲ ਤੇ ਰੌਲਾ ਪਾ ਰਹੀ ਹੈ ਕਿ ਬਸ ईवीएम 'ਚ ਗੜਬੜ ਕਰਤੀ ਹੈ ਜੀ, ਇਹਨਾਂ ਨੇ ये करता जी वो करता जी, आखिरले वक्त इन्होंने जी इलेक्शन 'ਚ हेरा फेरी करती है जी, ये नहीं चाहिए जी। ईवीएम
ਇੱਕ ਸਾਇੰਟਿਫਿਕ ਮਸ਼ੀਨ ਹੈ ਜਿਹਦੇ ਦੁਆਰਾ ਕੋਈ ਗੜਬੜ ਕਰ ਹੀ ਨਹੀਂ ਸਕਦਾ। तो मेरी ये बेनती है कि आपो सुखवीर बड़ा सियाना राजनेता है, बड़ी जिंदगी च उन्हें साडे नाल इकट्ठे बड़े साल गुजारे रहे। उन्होंने पिता जी दे नाल साडे बड़े अच्छे कार्डियल संबंध रहे हैं। अगर सुखवीर बादल जी ये कहन लगे ने कि ABM गलत है कि सारे इलेक्शन ते जेडे 10 साल उन्होंने राज किया ABM के सिर ते किया, किसके सिर ते किया? सो आज इल्जाम लगाना बेसूद है। भारतीय जनता पार्टी ने जनमत जो लोगों का अख्तियार किया है, लोगों ने अपने वोटों का इस्तेमाल भारतीय जनता पार्टी के हक च किया है, इस करके EBM से सवाल उठाने बेसूद ने। जी मास्टर मोहन लाल जी शुक्रिया न्यूज़ 18 ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਮਾਸਟਰ ਮੋਹਨ ਲਾਲ BJP ਆਗੂ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਵਿਰੋਧੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਕਿ ਜੇਕਰ ਤਾਂ ਵਿਰੋਧੀ ਜਿੱਤਣ ਤਾਂ ਫਿਰ EVM ਠੀਕ ਹੈ, ਪਰ ਜੇਕਰ BJP ਜਿੱਤੇ ਤਾਂ EVM ਦੇ ਵਿੱਚ ਗੜਬੜੀ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਖਾਸ ਤੌਰ ਤੇ ਅਕਾਲੀ ਦਲ ਨੂੰ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਅਜਿਹੀ ਬਿਆਨਬਾਜ਼ੀ ਅਕਾਲੀ ਦਲ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਅਕਾਲੀ ਦਲ ਵੀ ਸੱਤਾ ਦੇ ਵਿੱਚ ਜਦੋਂ ਨਾਲ ਰਿਹਾ ਹੈ, ਭਾਈਵਾਲ ਰਿਹਾ ਹੈ, ਤਾਂ ਫਿਰ ਜਿੱਤ ਜਿਹੜੀ ਹੈ ਉਹ EVM ਦੇ ਸਿਰ ਤੇ ਹੀ ਹੁੰਦੀ ਆਈ ਹੈ। ਇਸ ਲਈ ਅਕਾਲੀ ਦਲ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। तो हुण तुहानूं श्री अकाल तख्त साहिब दे जथेदार दा भी वो बयान सुणाउने आ जिस विच उन्हां कल EVM नूं आधार बना के केंद्र सरकार ते निशाना साधिया सी। तो हुण सुखबीर बादल भी इस मुद्दे ते सवाल चुक रहे ने। सानूं इकट्ठे होण दी लोड़ है। इकट्ठे होण दी लोड़ इस करके है कि हिंदुस्तान दे उत्ते काबज जिहड़ी है लोकतांत्रिक सरकार नहीं है, बल्कि EVM दे राही काबज हुई सरकार है। और इन्हें अगले पता नहीं किन्ने क साल EVM दे राही काबज रहना कोई पता नहीं है। जे असीं इकट्ठे ना होए तो सानू खखड़ियां करेले कर देगी हो रहे। इस करके जरूरत है इस गल दी कि छोटे छोटे मतभेद भुला के, छोटे छोटे वितकरे भुला के असीं सारे एक प्लेटफार्म दे उत्ते सी जायजा रिजल्ट आया है। जिवें एक तूफान एक पासे सी ते रिजल्ट ऑपोजिट आया है। कई लोगों के, कई पोलिटिकल एनालिस्ट के मनां 'च शक होने लग गया। तो गल करते हैं हुण 30 किसान जथेबंदियां दी जिन्हां दी अज अहम मीटिंग होण जा रही है। चंडीगढ़ दे विच किसान जथेबंदियां इकट्ठियां होईयां ने। हुण तो थोड़ी देर दे विच इन्हां दी मीटिंग शुरू होवेगी जिस दे विच दिल्ली चलो प्रोग्राम बारे रणनीति बनाई जाएगी। मीटिंग तो पहला किसान भवन पहुंचे हुए ने जिथे किसान आगू उत्थे ही सरकार दे मंत्री तृप्त रजिंदर सिंह बाजवा, OSD संदीप संधू ते कुछ विधायक भी पहुंचे हुए ने। किसानां ने 26 ते 27 नवंबर नूं दिल्ली कूच दा प्रोग्राम उलीकिया है। खेती कानूनां दे विरोध विच किसानां दा यह प्रोग्राम है, क्योंकि बेशक केंद्र दे नाल मीटिंगां हो रही ने पर उन्हां मीटिंगां दे विच कोई हल नहीं निकल रहा। तां किसानां दी पहलां सरकार दे नुमाइंदियां दे नाल मीटिंग, उस तो बाद 12 वजे किसान भवन दे विच दोवां धिरां दी मीटिंग होवेगी। मंत्रियां दे नाल मीटिंग तो बाद किसान मंथन करनगे तो उस तो बाद अगली रणनीति उन्हां दे वल्लों घड़ी जाएगी। यानी कि पहलां जो मंत्री पहुंचे हुए ने तृप्त रजिंदर सिंह बाजवा ते कैप्टन दे OSD ते कुछ विधायक उन्हां दे नाल पहला मंथन होवेगा तो उस तो बाद फिर किसान अपने पद्धर ते सरकार दे नाल हुई बैठक दा रिव्यू भी करनगे ते अगली रणनीति दा ऐलान भी करनगे। सीधा रुख करदे हां अर्शदीप अर्शी मेरे सहयोगी लाइव जुड़े हुए ने। तां अर्शदीप फिलहाल किस तरह दा माहौल है? किसान जथेबंदियां दी पहला सरकार दे नाल मीटिंग होण जा रही है, कदों ये मीटिंग है ते होर की कुछ अज किसानां दा पूरा प्रोग्राम? जी अमृत जिस तरीके नाल 30 जथेबंदियां दी अज मीटिंग उलीकी हुई है उस दे विच 30 जथेबंदियां दे विच 3 अलग-अलग ग्रुप ने। एक 13 जथेबंदियां दा ग्रुप है, एक 7 जथेबंदियां दा ग्रुप है। इस तरीके नाल 3 ग्रुप ने ते ओह पहलां अपनी मीटिंग करदे ने हमेशा ते अज भी उन्हां दी अपनी मीटिंग चल रही है कि 30 जथेबंदियां दे विच ओह किहड़ियां गल्लां दे उत्ते सहमत होणगे, किहड़ियां गल्लां दे उत्ते नहीं सहमत होणगे, की चीज़ां उत्थे रखणगे, उस तरीके दी जिहड़ी मीटिंग हैगी ओह चल रही है। सरकार दे वल्लों नुमाइंदे आए सीगे, मंत्री तृप्त रजिंदर बाजवा, सुखजिंदर रंधावा, सुख सरकारिया जी आए सीगे ते कुलबीर जीरा आए सीगे, MLA पाड़ा आए सी, कैप्टन संदीप संधू ਤੇ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਪਹਿਲਾਂ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਤਕਰੀਬਨ 12 ਵਜੇ ਦਾ ਉਹਨਾਂ ਨੂੰ ਟਾਈਮ ਦਿੱਤਾ ਗਿਆ। ਇੱਕ ਵਾਰ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਇੱਥੋਂ ਚਲੇ ਗਏ ਨੇ, 12 ਵਜੇ ਦੁਬਾਰਾ ਆਉਣਗੇ ਤੇ 12 ਵਜੇ ਤਕਰੀਬਨ
ਸਰਕਾਰ ਦੇ ਨੁਮਾਇੰਦਿਆਂ ਦੇ ਨਾਲ 30 ਜਥੇਬੰਦੀਆਂ ਦੇ ਕੁਝ ਨੁਮਾਇੰਦੇ ਇੱਕ ਡੈਪੂਟੇਸ਼ਨ ਉਹਨਾਂ ਦੇ ਨਾਲ ਮੀਟਿੰਗ ਕਰੇਗਾ, ਗੱਲਬਾਤ ਕਰੇਗਾ। ਉਸ ਤੋਂ ਬਾਅਦ 30 ਕਿਸਾਨ ਜਥੇਬੰਦੀਆਂ ਦੀ ਆਪਣੀ ਮੀਟਿੰਗ ਸ਼ੁਰੂ ਹੋਵੇਗੀ। 26 ਤੇ 27 ਨਵੰਬਰ ਨੂੰ ਖਾਸ ਕਰਕੇ ਜਿਹੜਾ ਦਿੱਲੀ ਪ੍ਰੋਗਰਾਮ ਉਲੀਕਾ ਗਿਆ ਹੈ ਉਸ ਦੀ ਕੀ ਰਣਨੀਤੀ ਹੋਵੇਗੀ, ਕਿਸ ਤਰੀਕੇ ਦੇ ਨਾਲ ਕੀ ਤਰੀਕੇ ਅਪਣਾਏ ਜਾ ਸਕਦੇ ਨੇ ਦਿੱਲੀ ਜਾਣ ਦੇ ਲਈ, ਉਸ ਦੇ ਉੱਤੇ ਇਹ ਮੀਟਿੰਗ ਰੱਖੀ ਗਈ ਹੈ। ਜੀ ਅੰਮ੍ਰਿਤ जी अर्शदीप लगातार नजर बनी हुई है इस बड़ी खबर से। शुक्रिया फिलहाल इस तमाम जानकारी दे लई। तो फिलहाल 12 वजे पहला किसान जथेबंदियां दी सरकार दे नुमाइंदियां दे नाल मुलाकात होवेगी, मीटिंग होवेगी। 12 वजे मीटिंग होवेगी तो उस तो बाद किसानां दे वल्लों अपने पद्धर ते एक मीटिंग की जाएगी तो उस तो बाद अगे दी रणनीति का ऐलान किया जाएगा। तो हुण 5 मिनट दे विच 25 खबरां ते नजर मार लेने आ। सिर अकाल तख्त साहिब के जथेदार ज्ञानी हरप्रीत सिंह ने बड़ा बयान दिंदियां कहा कि केंद्र सरकार लोकतांत्रिक तरीके नाल चुनी हुई सरकार नहीं है। जथेदार ने कहा केंद्र च ईवीएम की सरकार है। उन्होंने कहा सिखां नूं इकट्ठे होकर इन्हां ताकतां नाल लड़ना होवेगा। सुखबीर सिंह बादल ने भी ईवीएम ते सवाल खड़े किए। उन्होंने कहा बिहार नतीजों नाल कई तरह के शंके पैदा हो रहे हैं तो ईवीएम ते कई सियासी पार्टियां नूं भी शक है। पंजाब कैबिनेट की अज चंडीगढ़ च अहम मीटिंग होने जा रही है। दोपहर 3 बजे वीडियो कॉन्फ्रेंसिंग जरिए बैठक होगी। इस दौरान कई फैसलों ते मुहर लग सकती है। नाल ही कोरोना के मौजूदा हालातों ते भी मंथन होगा। खेती कानूनों ते घमसान विचाले कैप्टन ने वड्डा बयान दिंदियां कहा मैं कॉरपोरेट घराणियां दे खिलाफ नहीं हाँ पर किसानां दे हितां लई कदम चुकने भी मेरी जिम्मेवारी है। पंजाब सरकार ने करीब 4000 सेंटर झोने की खरीद लिए बंद कर दिते ने। सरकार का तर्क है कि इस बार झोने की आमद ज्यादा होने कारण यह फैसला लिया गया है। यानी हुण सूबे च सिर्फ 198 मुख यार्ड्स से झोने की खरीद होगी। खरीद केंद्र बंद करने के फैसले तो किसान परेशान ने। किसानों का कहना है कि समय तो पहला खरीद केंद्र बंद होने नाल उन्हां नूं अपनी फसल प्राइवेट कंपनियां नूं वेचनी पवेगी जिसका सीधा नुकसान उन्हां नूं झल्लना पवेगा। झोने की खरीद के आंकड़ियां नूं लैके किसान सवाल चुक रहे हैं। बठिंडा के किसानों का कहना है कि जिन्ना आंकड़ा दस्सिया जा रहा है इन्नी फसल पंजाब की पैदावार ही नहीं हुई। किसानों ने कहा बाहर के आंकड़े मिलाए जा रहे हैं। पंजाब च बाहरी सूबे तो फसल मंगवाउण के मामले च हाईकोर्ट ने टिप्पणी करदिआं कहा कि बाहरी सूबे तो फसल लियाउण ते कोई रोक नहीं है पर सरकारी मंडी च बाहरी फसल नहीं बेची जा सकती। हाईकोर्ट ने टिप्पणी एक पटीशन की सुनवाई दौरान की। चंडीगढ़ अदालत ने 3 साल पुराने मानहानि केस च सुखबीर बादल खिलाफ जमानती वारंट जारी किए ने। 2017 च अखंड कीर्तनी जथे वालों केस दर्ज करवाया गया सी। जथे के बुलारे मुताबिक सुखबीर नूं 3 बार सम्मन जारी होए पर वो एक बार भी पेश नहीं हुए। हुण 27 नवंबर नूं मामले की सुनवाई होगी। कांग्रेसी सांसद रवनीत बिट्टू ने बीजेपी के कौमी प्रधान जेपी नड्डा की फेरी के विरोध का ऐलान किया है। बिट्टू ने ट्वीट किया कि वह किसानां आड़तियां ते मजदूरां दे नाल मिल के निजी तौर पर नड्डा का विरोध करनगे। बिट्टू के ऐलान तो बाद पंजाब की सियासत गरमा गई है। बीजेपी ने बिट्टू के विरोध करने के ऐलान नूं कांग्रेस की घबराहट दस्सिया है। आप ते कांग्रेस विचाले पोस्टर वॉर शुरू हो गई है। हरपाल चीमा ने पोस्टर लगाने की शुरुआत की जिस पंजाब सरकार किसानी मंगा मन्ने या कुर्सी छड्डण बारे लिखा गया है। पिछले दिनी पंजाब सरकार ने पोस्टर लगा के दावा किया कि कांग्रेस किसानां दे नाल है। पंजाब बीजेपी इंचार्ज दुष्यंत गौतम का वड्डा बयान सामने आया। उन्हों का कहना है कि पंजाब साडे लई कोई चुनौती नहीं है। पार्टी का एक उद्देश्य है देश को मजबूत करना। उन्होंने कहा किसान के विरोध च राजनीति की जा रही है। बठिंडा च सेहत विभाग की वड्डी लापरवाही देखने को मिली जिथे सिविल हस्पताल 13 साला थैलीसीमिया पीड़ित बच्चे को HIV पॉजिटिव ब्लड चढ़ाया गया। हस्पताल स्टाफ वालों पहला भी लापरवाही वरतदिआं एक बच्चे को ब्लड चढ़ाया गया सी। अमृतसर च CMO की वड्डी लापरवाही सामने आई है जिथे गर्भवती महिला के परिवार तो इजाजत लए बिना डिलीवरी की वीडियोग्राफी की गई तो फिर उसनूं जनतक कर दिता गया। सेहत विभाग वालों CMO तो स्पष्टीकरण मंगया गया है। मोगा सैक्स स्कैंडल के गवाहां के कतल मामले च 3 मुलजमां नूं गिरफ्तार किया गया। 2007 च इस स्कैंडल का पर्दाफाश होया सी ते 2018 च मामले के वादा माफी के गवाहां का कतल कर दिता गया सी। लोक इंसाफ पार्टी के प्रधान सिमरजीत बैंस ते रेप का इल्जाम लगा। लुधियाना की एक महिला ने बैंस उत्ते गंभीर इल्जाम लगाया जिस संबंधी महिला वालों लिखती शिकायत भी दी गई है। फिलहाल इस मामले की जांच ज्वाइंट कमिश्नर रूरल नूं सौंपी गई है। उधर सिमरजीत बैंस ने अपने ते लगे इल्जामां नूं खारिज किया है। बैंस मुताबक महिला वालों लाए गए इल्जाम झूठे ते मनघड़ंत ने। बैंस ने इन्हां इल्जामां नूं सियासत तो प्रेरित दस्सिया। राजपुरा के पिंड नलास च 2 घरां ते हथियारां नाल लैस बदमाशां ने हमला किया। CCTV च गुंडागर्दी दीआं तस्वीरां कैद हो गईआं ने। पीड़ित परिवारां ने गुआंढियां ते हमला करवाउण दे इल्जाम लगाए।
ਅਜਨਾਲਾ ਦੇ ਪਿੰਡ ਉਮਰਪੁਰਾ 'ਚ ਸਰਪੰਚ ਦੇ ਘਰੋਂ ਚੋਰੀ ਹੋਏ ਲੱਖਾਂ ਰੁਪਏ ਦੇ ਗਹਿਣੇ ਘਰ ਦੇ ਬਾਥਰੂਮ ਦੇ ਵਿੱਚੋਂ ਹੀ ਮਿਲੇ ਨੇ। ਪੁਲਿਸ ਨੇ 17 ਤੋਲੇ ਸੋਨਾ ਅਤੇ ਗਹਿਣੇ ਸਰਪੰਚ ਦੇ ਪਰਿਵਾਰ ਨੂੰ ਸੌਂਪ ਦਿੱਤੇ। ਕਪੂਰਥਲਾ 'ਚ ਇੱਕ ਵਿਅਕਤੀ ਵੱਲੋਂ ਟੈਂਕੀ ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਨਾਮਜ਼ਦ ਕਰ ਲਿਆ ਤੇ ਫੇਸਬੁੱਕ ਤੋਂ ਵੀਡੀਓ ਡਿਲੀਟ ਕਰਨ ਦੇ ਮਾਮਲੇ ਦੀ ਜਾਂਚ ਵੀ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ। ਜਲੰਧਰ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਪੁਲਿਸ ਨੇ 11 ਕਿਲੋ ਹੈਰੋਇਨ ਸਣੇ 4 ਤਸਕਰ ਗ੍ਰਿਫਤਾਰ ਕੀਤੇ, ਜਿਨ੍ਹਾਂ ਕੋਲੋਂ 11,25,000 ਦੀ ਡਰੱਗ ਮਨੀ ਬਰਾਮਦ ਕੀਤੀ ਹੈ। 3 ਮੁਲਜ਼ਮ ਫਿਰੋਜ਼ਪੁਰ ਤੇ ਇੱਕ ਰਾਜਸਥਾਨ ਨਾਲ ਸੰਬੰਧਿਤ ਹੈ। ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਤੇ ਮੋਟਰਸਾਈਕਲ ਤੇ ਟੈਂਕਰ ਦੀ ਟੱਕਰ ਕਾਰਨ ਮਾਂ ਬੇਟਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇੱਥੇ ਡਾਕਟਰਾਂ ਨੇ ਬੇਟੇ ਨੂੰ ਮ੍ਰਿਤ ਐਲਾਨ ਦਿੱਤਾ। ਫਤਿਆਬਾਦ ਵਿੱਚ ਗੁੰਡਾਗਰਦੀ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਰਖੀ ਦਾਦਰੀ ਦੇ ਪਿੰਡ ਚਿੜੀਆ 'ਚ ਪਿੰਡ ਦੇ ਹੀ ਲੋਕਾਂ ਨੇ ਦਲਿਤ ਸਮਾਜ ਦੇ ਲੋਕਾਂ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਲੋਕਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਮਯਾਬ ਸਨਅਤਕਾਰ ਰਹੇ ਜੈਕਸਿਮ ਦੇ ਯਤਨਾਂ ਸਦਕਾ ਸੰਯੁਕਤ ਰਾਸ਼ਟਰ ਤੇ ਉਸ ਦੇ ਮੈਂਬਰਾਂ ਨੇ ਪਾਣੀ ਅਤੇ ਸਵੱਛਤਾ ਲਈ ਵਿਸ਼ਵ ਪੱਧਰੀ ਟੀਚਾ ਬਣਾਇਆ ਸੀ। ਅੱਜ ਵਿਸ਼ਵ ਪਖਾਨਾ ਦਿਵਸ ਤੇ ਜੈਕਸਿਮ ਨੂੰ ਸੁਣਦੇ ਹਾਂ। Yeah, when I first started the World Toilet Organization in 2001, it was not even spoken in the media. In fact, it was so embarrassing that they hide it under a water agenda. But when you call sanitation by another name, water, all attention went to water. And sanitation gets drowned underwater. But if you do not talk about something, you can never improve. In the last 20 years, our founding day, 19th of November, has been enshrined by the United Nations General Assembly. All 193 countries agreed that this should be called the World Toilet Day, 19th of November. Why? Because prevention is cheaper than cure. We don't have enough money to employ doctors, nurses, pay for medicine, build hospital. All you have to do is to make sure the water is clean, people wash their hands, and immediately you can save half of all the medical health care. But with the COVID-19, hygiene awareness and hand washing has reached its highest point of awareness in the history of mankind. Everybody is so afraid and so clear that without washing their hands, they are going to put themselves in danger. So I think on the one hand, COVID is a very bad thing, but at least it created the awareness that hygiene is our first line of defense against all diseases.